ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਿਤੀ ਗੌੜੀ ਮਹੱਲਾ ਪੰਜਵਾ। ਸਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਇੱਕ ਬ੍ਰਾਹਮਣ ਸਿੱਖਾਂ ਨੂੰ ਕਹਿਣ ਲੱਗਾ ਕਿ ਜਿੰਨਾ ਚਿਰ ਥਿੱਤਾਂ ਦੀ ਗਿਆਤ ਨਾ ਹੋਵੇ ਉਹਨਾਂ ਚਿਰ ਸਮੇਂ ਦਾ ਪਤਾ ਨਹੀਂ ਲੱਗਦਾ। ਬ੍ਰਾਹਮਣ ਪੰਡਿਤ ਥਿੱਤਾਂ ਦੀ ਬੜੀ ਵਿਚਾਰ ਕਰਨ ਵਾਲਾ, ਜੋਤਿਸ਼ ਦਾ ਬੜਾ ਵਿਦਵਾਨ ਸੀ। ਕਾਫੀ ਥਿੱਤਾਂ ਦੇ ਗ੍ਰੰਥ ਪੜ੍ਹਿਆ ਸੀ ਅਤੇ ਥਿੱਤਾਂ ਦੇ ਨਿਰਣੇ ਕਰਕੇ ਦੱਸੀ ਜਾਵੇ। ਅਤੇ ਸਿੱਖਾਂ ਨੂੰ ਕਹਿਣ ਲੱਗਾ, ਕਦੇ ਆਪਣੀ ਸਤਿਗੁਰਾਂ ਤੋਂ ਥਿੱਤਾਂ ਬਾਰੇ ਪੁੱਛਿਆ ਹੈ? ਸਿੱਖ ਕਹਿਣ ਲੱਗੇ ਕਿ ਸਤਿਗੁਰਾਂ ਤੋਂ ਅਸੀਂ ਆਪ ਹੀ ਪੁੱਛ ਲਵਾਂਗੇ। ਇੱਕ ਦਿਨ ਸਤਿਗੁਰੂ ਜੀ ਮੰਜੀ ਸਾਹਿਬ ਦੀਵਾਨ ਵਿੱਚ ਬੈਠੇ ਸਨ। ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ, ਇੱਕ ਪੰਡਿਤ ਜੋਤਸ਼ੀ ਥਿੱਤਾਂ ਦੀ ਵਿਚਾਰ ਵਾਲਾ ਆਪਣੀ ਸਿੱਖਿਆ ਦਾ ਬੜਾ ਮਾਣ ਕਰ ਰਿਹਾ ਹੈ ਅਤੇ ਥਿੱਤਾਂ ਦੇ ਵਾਰਾਂ ਨਾਲ ਭਰਮ ਪਾ ਕੇ ਲੋਕਾਂ ਨੂੰ ਕੀਰਤਨ ਪੂਜਾ ਨਾਲ ਜੋੜ ਰਿਹਾ। ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਨੂੰ ਥਿੱਤਾਂ ਦੁਆਰਾ ਬ੍ਰਹਮ ਗਿਆਨ ਬਖਸ਼ੋ। ਸਿੱਖਾਂ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਸਾਹਿਬ ਜੀ ਨੇ ਥਿੱਤਾਂ ਦੀ ਵਿਚਾਰ ਕੀਤੀ ਕਿ ਥਿੱਤਾਂ ਦਾ ਵਹਿਮ ਨਹੀਂ ਕਰਨਾ ਚਾਹੀਦਾ। ਗੁਰੂ ਜੀ ਨੇ ਥਿੱਤਾਂ ਦੁਆਰਾ ਕਰਤੇ ਦੀ ਪੂਜਾ ਕਰਨ ਦਾ ਉਪਦੇਸ਼ ਦਿੱਤਾ। ਇਸ ਬਾਣੀ ਥਿੱਤੀ ਵਿੱਚ ਮੱਸਿਆ ਤੱਕ 15 ਥਿੱਤਾਂ ਕਹੀਆਂ ਗਈਆਂ ਹਨ ਅਤੇ 16ਵੀਂ ਥਿੱਤ ਪੂਰਨਮਾਸ਼ੀ ਦੀ ਕਹੀ ਹੈ। ਇਉਂ 16 ਪੌੜੀਆਂ ਅਤੇ 16 ਹੀ ਸਲੋਕ ਆਉਣਗੇ। 17ਵੀਂ ਵਿੱਚ ਥਿੱਤੀ ਦੀ ਮਹਿਮਾ ਅਤੇ ਮਹਾਤਮ ਦੱਸਣਗੇ। ਇਸ ਪ੍ਰਕਾਰ ਗੌੜੀ ਰਾਗ ਵਿੱਚ ਥਿੱਤੀ ਨਾਮੇ ਬਾਣੀ ਮਹੱਲਾ ਪੰਜਵਾ, ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਬਾਣੀ ਉਚਾਰਨ ਕੀਤੀ ਹੋਈ ਹੈ। ਸਲੋਕ ਸ਼ਬਦ ਦਾ ਨਾਮ ਹੈ। ਸੰਗੀਤ ਦੇ ਕਾਵ ਨੂੰ ਰਲਾ ਕੇ ਇੱਕ ਸਲੋਕ ਉਚਾਰਨ ਕੀਤਾ ਹੈ। ਸੰਸਕ੍ਰਿਤ ਦੇ ਸਲੋਕ 32 ਅੱਖਰ ਦੇ ਹੁੰਦੇ ਹਨ। ਉਹ ਕਾਵ ਦੀ ਰੀਤੀ ਤੋਂ ਰਹਿਤ ਹੁੰਦੇ ਹਨ। ਮਹਾਰਾਜ ਜੀ ਨੇ ਕਾਵ ਦੀ ਝਲਕ ਨਾਮ ਵਿੱਚ ਪਾਈ ਹੈ। ਸਲੋਕ ਦੋਹੇ ਦੀ ਇੱਕ ਚਾਲ ਦਾ ਹੀ ਛੰਦ ਹੈ। ਸਲੋਕ ਸਵੈ ਲੋਕ ਭਾਵ ਆਪਣੇ ਹੀ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਗੁਰ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ, ਪ੍ਰਸਾਦ ਕਹੀਏ ਆਨੰਦ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਥਿੱਤੀ ਗੌੜੀ ਮਹੱਲਾ ਪੰਜਵਾ। ਸਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ। ਜਲਾਂ ਥਲਾਂ ਵਿੱਚ ਮਹੀਅਲ, ਮਹੀ ਪ੍ਰਿਥਵੀ ਤੇ ਅਲ ਆਕਾਸ਼ ਵਿੱਚ ਸੁਆਮੀ ਮਾਲਕ ਸਾਰਿਆਂ ਵਿੱਚ ਹੀ ਸਿਰਜਨਹਾਰ, ਰਚਨਹਾਰ, ਪੂਰਿਆ ਹੋਇਆ, ਪੂਰਨ ਹੋ ਰਿਹਾ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਅਦੁੱਤੀ ਪਰਮੇਸ਼ਰ ਅਨੇਕਾਂ ਭਾਂਤ ਪ੍ਰਕਾਰ ਦੇ ਰੂਪ ਹੋ ਕੇ ਸੰਸਾਰ ਵਿੱਚ ਫੈਲਿਆ ਹੋਇਆ, ਭਾਵ ਪਸਾਰਾ ਹੋ ਰਿਹਾ। ਜਿਵੇਂ ਬੀਜ ਹੁੰਦਾ ਹੈ ਨਾ, ਪਹਿਲਾਂ ਅੰਕੁਰ ਰੂਪ ਹੋ ਜਾਂਦਾ, ਫਿਰ ਪੱਤਰੇ ਰੂਪ, ਟਾਹਣੀਆਂ ਰੂਪ, ਫੁੱਲ ਰੂਪ ਅਤੇ ਫਿਰ ਫਲ ਰੂਪ, ਅਖੀਰ ਫਲ ਦੇ ਅੰਦਰ ਬੀਜ ਰੂਪ ਹੋ ਜਾਂਦਾ ਹੈ। ਨਾਨਕ ਏਕੰਕਾਰ, ਫਿਰ ਬੀਜ ਰੂਪ ਭਾਵ ਇੱਕੋ ਹੋ ਜਾਂਦਾ। ਪੌੜੀ। ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ। ਸਤਿਗੁਰੂ ਜੀ ਏਕਮ ਦੁਆਰਾ ਕਥਨ ਕਰਦੇ ਸਿੱਖਿਆ ਦਿੰਦੇ ਹਨ ਕਿ ਜੋ ਕਿ ਏਕੰਕਾਰ ਇੱਕੋ ਅਦੁੱਤੀ ਓੰਕਾਰ ਹਰੀ ਵਾਹਿਗੁਰੂ ਸਮਰੱਥ ਹੈ, ਉਸ ਨੂੰ ਹੱਥ ਜੋੜ ਕੇ ਬੰਦਨਾ, ਨਮਸਕਾਰ ਅਤੇ ਹੰਕਾਰ ਛੱਡ ਕੇ ਚਿੱਤ ਦੀ ਬਿਰਤੀ ਨੂੰ
ਇਕਾਗਰ ਕਰਕੇ ਧਿਆਤਾਕਾਰ ਬਿਰਤੀ ਦੁਆਰਾ ਉਸ ਨੂੰ ਧਿਆਉਣਾ ਕਰੋ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ। ਜੋ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋਪਾਲ ਗੋ ਸ੍ਰਿਸ਼ਟੀ ਦੀ ਪਾਲ ਪਾਲਣਾ ਕਰਨ ਵਾਲਾ, ਦੀਨ ਦਿਆਲ ਪਤਿਤ ਪਾਵਨ ਭਗਤ ਵਸ਼ਲ ਆਦਿ ਗੁਣਾਂ ਵਾਲਾ ਪਰਮੇਸ਼ਰ ਹੈ। ਉਸ ਰਾਏ ਰਾਜਾ ਰੂਪ ਹਰੀ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪੈਣਾ ਕਰੋ। ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਤਾਕੀ ਕਹੀਏ ਉਸ ਪਰਮੇਸ਼ਰ ਦੀ ਹਿਰਦੇ ਵਿੱਚ ਆਸ ਚਾਹਨਾ ਰੱਖ ਕੇ ਕਲਿਆਣ ਮੁਕਤੀ ਅਤੇ ਲੋਕ ਪਰਲੋਕ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਆਤਮਾ ਆਨੰਦ ਦੀ ਪ੍ਰਾਪਤੀ ਹੋਵੇਗੀ, ਜਿਸ ਪਰਮੇਸ਼ਰ ਤੋਂ ਸਾਰਾ ਕੁਝ ਪ੍ਰਾਪਤ ਹੋ ਸਕਦਾ ਹੈ। ਚਾਰ ਕੁੰਟ ਦਹਿ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਇ। ਅਸੀਂ ਚਾਰ ਕੁੰਟ ਪੂਰਬ ਉੱਤਰ ਪੱਛਮ ਦੱਖਣ ਤੇ ਚਾਰ ਉਪਦਿਸ਼ਾ ਅਗਨ ਕੋਣ, ਵਾਯਵ ਕੋਣ, ਨੈਰਤ ਕੋਣ, ਈਸ਼ਾਨ ਕੋਣ, ਪਾਤਾਲ ਤੇ ਆਕਾਸ਼ ਸਾਰੇ ਭ੍ਰਮਿਓਂ ਵਿਚਰ ਕੇ ਦੇਖਿਆ। ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ ਹੈ। ਵੇਦ ਪੁਰਾਨ ਸਿਮਰਤ ਸੁਨੇ ਬਹੁ ਬਿਦ ਕਰੋ ਵਿਚਾਰ। ਚਾਰੇ ਵੇਦਾਂ 18 ਪੁਰਾਣਾਂ 27 ਸਿਮਰਤੀਆਂ ਆਦਿ ਦੁਆਰਾ ਸੁਣਿਆ ਹੈ ਤੇ ਬਹੁ ਵਿਧ ਤਰੀਕਿਆਂ ਨਾਲ ਵਿਚਾਰ ਕਰਿਆ ਹੈ, ਨਿਰਣਾ ਕਰਕੇ ਦੇਖ ਲਿਆ ਹੈ। ਪਤਿਤ ਉਦਾਹਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਪਰਮੇਸ਼ਰ ਪਤਿਤ ਪਾਪੀਆਂ ਦੇ ਉਧਾਰ ਤਾਰਨ ਵਾਲਾ ਅਤੇ ਜੰਮਣ ਮਰਨ ਦੇ ਭੈ ਡਰ ਨੂੰ ਮੇਟਣ ਵਾਲਾ, ਸੁੱਖਾਂ ਦਾ ਸਾਗਰ ਸਮੁੰਦਰ ਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਹੈ। ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਏ। ਸਾਰਿਆਂ ਨੂੰ ਦਾਤਾਂ ਦੇ ਦੇਣ ਵਾਲਾ ਹੋ ਰਿਹਾ ਅਤੇ ਸਾਰਿਆਂ ਦੇ ਅੰਦਰ ਭਾਵਨਾ ਪੂਰੀ ਕਰਨ ਵਾਸਤੇ ਭੋਗ ਲਾਉਣ ਵਾਲਾ, ਭਾਵ ਭੁਗਤਾ ਭੋਗਣੇ ਵਾਲਾ ਭਿਚਕ ਹੋ ਰਿਹਾ। ਦਾਤਾਂ ਦੇਣ ਵਾਲਾ ਵੀ ਆਪ ਤੇ ਭੋਗਣ ਵਾਲਾ ਵੀ ਆਪ ਹੀ ਹੈ। ਉਸ ਹਰੀ ਵਾਹਿਗੁਰੂ ਦੀ ਓਟ ਤੋਂ ਬਗੈਰ ਹੋਰ ਕੋਈ ਵੀ ਜਾਏ ਕਿ ਜਗ੍ਹਾ ਨਹੀਂ ਹੈਗੀ। ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਜੋ ਚਾਹੋਗੇ, ਜੋ ਇੱਛਾ ਹੋਵੇਗੀ, ਉਹੀ ਫਲ ਮਿਲ ਜਾਵੇਗਾ। ਗੋਬਿੰਦ ਜਸ ਗਾਈਐ ਹਰ ਨੀਤ। ਹੇ ਭਾਈ, ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਹਰੀ ਵਾਹਿਗੁਰੂ ਦੇ ਜਸ ਕੀਰਤ ਨੂੰ ਨਿਤਾ ਪ੍ਰਤੀ ਗਾਉਣਾ ਕਰੀਏ। ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਹੇ ਮੇਰੇ ਮੀਤ ਸੱਜਣੋ, ਸਾਧ ਸੰਗ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦਾ ਭਜਨ ਕਰੀਏ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਸਲੋਕ ਕਰੋ ਬੰਦਨਾ ਅਨਕ ਵਾਰ ਸਰਨ ਪਰੋ ਹਰ ਰਾਏ। ਹੇ ਭਾਈ, ਅਨੇਕਾਂ ਵਾਰੀ ਸਿਰ ਝੁਕਾ ਕੇ ਮਹਾਰਾਜ ਨੂੰ ਬੰਦਨਾ ਕਹੀਏ, ਨਮਸਕਾਰ ਕਰਨਾ ਕਰੋ। ਹਰੀ ਅਕਾਲ ਪੁਰਖ ਰਾਏ ਰਾਜਾ ਰੂਪ ਦੀ ਸਰਨ ਓਟ ਵਿੱਚ ਪਰੋ ਕਹੀਏ ਪੈਣਾ ਕਰੋ। ਭ੍ਰਮ ਕੱਢੀਐ ਨਾਨਕ ਸਾਧ ਸੰਗ ਦੁਤੀਆ ਭਾਵ ਮਿਟਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤ ਸੰਗਤ ਵਿੱਚ ਮਿਲ ਕੇ 5 ਪ੍ਰਕਾਰ ਦਾ ਭਰਮ ਕੱਟ ਕਰਕੇ ਦੁਤੀਆ ਦਵੈਤ ਭਾਵ ਨੂੰ ਮਿਟਾਉਣਾ ਕਰੋ। ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ। ਦੁਤੀਆ ਦੂਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਭਾਈ, ਦੁਰਮਤ ਖੋਟੀ ਬੁੱਧੀ ਨੂੰ ਦੂਰ ਕਰਕੇ ਸਤਿਗੁਰਾਂ ਦੀ ਨਿਤਾ ਪ੍ਰਤੀ ਸੇਵਾ ਟਹਿਲ ਕਰਿਆ ਕਰੋ। ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ। ਹੇ ਮੀਤ ਮਿੱਤਰੋ, ਕਾਮ ਕ੍ਰੋਧ ਲੋਭ ਲਾਲਚ ਆਦਿ ਵਿਕਾਰਾਂ ਨੂੰ ਛੱਡਣਾ ਕਰਕੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਰਤਨਾਂ ਦੀ ਨਿਆਈ ਅਮੋਲਕ ਰਾਮ ਪਰਮੇਸ਼ਰ ਦਾ ਨਾਮ ਵਸਾਉਣਾ ਕਰੋ। ਮਰਨ ਮਿਟੈ ਜੀਵਨ ਮਿਲੈ ਬਿਨਸਹਿ ਸਗਲ ਕਲੇਸ। ਹੇ ਭਾਈ, ਫਿਰ ਤੁਹਾਡਾ ਮਰਨਾ ਮਿਟ ਜਾਵੇਗਾ, ਚੇਤਨ ਰੂਪੀ ਜੀਵਨ ਮਿਲ ਜਾਵੇਗਾ ਅਤੇ ਸਗਲ ਸਾਰੇ ਕਲੇਸ਼ ਦੁੱਖ ਪੀੜਾ ਵਿਸ਼ੇਸ਼ ਕਰਕੇ ਨਾਸ ਹੋ ਜਾਣਗੇ। ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ।
ਆਪਾ ਭਾਵ ਹਿਰਦੇ ਦੇ ਅੰਦਰੋਂ ਹੰਕਾਰ ਛੱਡ ਕੇ ਗੋ ਵੇਦਾਂ ਕਰਕੇ ਬਿੰਦ ਜਾਣਨੇ ਯੋਗ ਹਰੀ ਵਾਹਿਗੁਰੂ ਦਾ ਭਜੋ ਕਹੀਏ ਸਿਮਰਨਾ ਕਰੋ ਭਜਨ ਕਰੋ ਅਤੇ ਮਨ ਕਰਕੇ ਭਾਉ ਪ੍ਰੇਮਾ ਭਗਤੀ ਵਿੱਚ ਪ੍ਰਵੇਸ਼ ਦਖਲ ਹੋਣਾ ਕਰੋ। ਲਾਭ ਮਿਲੈ ਤੋਟਾ ਹਿਰੈ ਹਰ ਦਰਗਹਿ ਪਤਵੰਤ। ਕੇਵਲ ਮੋਖ ਰੂਪੀ ਲਾਭ ਪ੍ਰਯੋਜਨ ਮਿਲੇਗਾ ਤੇ ਜੰਮਣ ਮਰਨ ਦੇ ਦੇਣ ਵਾਲਾ ਘਾਟਾ ਹਿਰੈ ਨਾਸ ਹੋ ਜਾਵੇਗਾ। ਜੋ ਸਵਾਸਾਂ ਦਾ ਤੋਟਾ ਘਾਟਾ ਪੈ ਰਿਹਾ ਸਭ ਹਿਰੈ ਨਾਸ ਹੋ ਜਾਵੇਗਾ। ਸਵਾਸ ਸਫਲ ਹੋ ਜਾਣਗੇ ਅਤੇ ਹਰੀ ਵਾਹਿਗੁਰੂ ਦੀ ਦਰਗਾਹ ਵਿੱਚ ਪਤਵੰਤ ਹੁੰਦਾ ਇੱਜ਼ਤ ਵਾਲੇ ਹੋਵੋਗੇ। ਰਾਮ ਨਾਮ ਧਨ ਸੰਚਵੈ ਸਾਚ ਸਾਹ ਭਗਵੰਤ। ਜੋ ਜੀਵ ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਚਵੈ ਹੁੰਦਾ ਇਕੱਤਰ ਕਰਦੇ ਆ ਸੰਚਦੇ ਹਨ, ਉਹੀ ਸੱਚੇ ਭਗਵੰਤ ਭਾਗਾਂ ਵਾਲੇ ਸ਼ਾਹੂਕਾਰ ਹਨ। ਊਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ। ਸ੍ਰੇਸ਼ਟ ਜਨਾਂ ਦੀ ਪ੍ਰੀਤੀ ਕਰਕੇ ਉੱਠਦਿਆਂ ਬੈਠਦਿਆਂ ਹਰੀ ਵਾਹਿਗੁਰੂ ਨੂੰ ਭਜਨਾ ਕਰੋ। ਦੁਨੀਆ ਤੋਂ ਉਪਰਾਮ ਹੁੰਦਿਆਂ ਬੈਠਤ ਸਮਾਧੀ ਵਿੱਚ ਸਥਿਤ ਹੁੰਦਿਆਂ ਹਰੀ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਦੇ ਅੰਦਰੋਂ ਦੁਰਮਤ ਖੋਟੀ ਸਿੱਖਿਆ ਛੁੱਟ ਗਈ ਹੈ ਉਹਨਾਂ ਦੇ ਚੀਤ ਹਿਰਦੇ ਵਿੱਚ ਪਾਰ ਬ੍ਰਹਮ ਬਸੇ ਵਸ ਗਿਆ ਹੈ। ਸਲੋਕ ਤੀਨ ਵਿਆਪਹਿ ਜਗਤ ਕੋ ਤੁਰਿਆ ਪਾਵੈ ਕੋਇ। ਤੀਨ ਕਹੀਏ ਤਿੰਨ ਗੁਣ ਸਾਰੇ ਜਗਤ ਸੰਸਾਰ ਨੂੰ ਵਿਆਪਦੇ ਹਨ, ਪਰ ਤੁਰਿਆ ਪਦ ਤੁਰਿਆ ਅਵਸਥਾ ਕੋਈ ਵਿਰਲਾ ਹੀ ਪਾਉਂਦਾ ਹੈ। ਤਿੰਨ ਅਵਸਥਾ ਜਾਗਰਤ ਸੁਪਨ ਤੇ ਸਖੋਪਤ ਇਹ ਸੰਸਾਰ ਨੂੰ ਪ੍ਰਾਪਤ ਹੋ ਰਹੀਆਂ। ਭਾਵ ਜੀਵ ਇਹਨਾਂ ਦੇ ਅਭਿਮਾਨੀ ਹੋ ਰਹੇ ਆ ਅਤੇ ਜੋ ਬੁੱਧੀ ਦੀਆਂ ਬਿਰਤੀਆਂ ਰਜੋ ਤਮੋ ਸਤੋ ਹਨ ਇਹਨਾਂ ਤਿੰਨਾਂ ਨੂੰ ਜਾਣਨੇ ਵਾਲਾ ਚੌਥਾ ਸਾਖੀ ਆਤਮਾ ਤੁਰਿਆ ਅਵਸਥਾ ਸਾਖੀ ਨੂੰ ਕੋਈ ਵਿਰਲਾ ਹੀ ਜੀਵ ਆਤਮਾ ਪਾਉਂਦਾ ਹੈ। ਭਾਵੇਂ ਸਾਖੀ ਰੂਪ ਹੈ ਤਾਂ ਵੀ ਭ੍ਰਾਂਤੀ ਕਰਕੇ ਅਪਰਾਪਤ ਦੀ ਨਿਆਈ ਹੋ ਰਿਹਾ ਹੈ। ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸ਼ਾਂਤ ਆਤਮਾ ਵਾਲੇ ਤਿੰਨਾਂ ਗੁਣਾਂ ਦੀ ਮੈਲ ਤੋਂ ਰਹਿਤ ਉਜਲ ਹੋਏ ਹਨ। ਜਿਨ੍ਹਾਂ ਦੇ ਮਨ ਹਿਰਦੇ ਵਿੱਚ ਸੋਏ ਉਹ ਹਰੀ ਵਾਹਿਗੁਰੂ ਵਸ ਗਿਆ ਹੈ। ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ ਕਬ ਉੱਤਮ ਕਬ ਨੀਚ। ਤ੍ਰਿਤੀਆ ਕੀਏ ਤੀਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਤ੍ਰੈ ਗੁਣ ਤਿੰਨੇ ਗੁਣਾਂ ਵਿੱਚ ਵਿਸ਼ੇ ਦੇ ਫਲ ਹਨ। ਸਤੋਗੁਣੀ ਪੁਰਖ ਰਿੱਧੀਆਂ ਸਿੱਧੀਆਂ ਦੀ ਇੱਛਾ ਰੱਖਦੇ, ਰਜੋਗੁਣੀ ਪੁਰਖ ਪਦਾਰਥ ਇਕੱਠਾ ਕਰਨੇ ਚਾਹੁੰਦੇ ਅਤੇ ਤਮੋਗੁਣੀ ਘੋਰ ਮੰਤਰ ਸਿੱਧ ਕਰਕੇ ਭੂਤਾਂ ਪ੍ਰੇਤਾਂ ਨੂੰ ਵਸ ਕਰਨਾ ਚਾਹੁੰਦੇ ਹਨ। ਇਉਂ ਵਿਸ਼ਿਆਂ ਦੇ ਫਲ ਹੀ ਮਿਲਦੇ ਹਨ। ਇਹਨਾਂ ਫਲਾਂ ਕਰਕੇ ਕਬ ਕਹੀਏ ਕਦੇ ਉੱਤਮ ਸ੍ਰੇਸ਼ਟ ਬਣ ਜਾਂਦਾ ਹੈ, ਭਾਵ ਸਤੋ ਗੁਣ ਕਰਕੇ ਦੇਵ ਦੇਹੀ ਨੂੰ ਪਾ ਲੈਂਦਾ, ਕਬ ਕਦੇ ਨੀਚ ਭੈੜਾ ਬਣ ਜਾਂਦਾ, ਭਾਵ ਤਮੋ ਗੁਣ ਕਰਕੇ ਕਿਸੇ ਦਾ ਘਾਤ ਕਰਕੇ ਨੀਚ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ। ਨਰਕ ਸੁਰਗ ਭ੍ਰਮਤੋ ਘਣੋ ਸਦਾ ਸੰਘਾਰੈ ਮੀਚ। ਕਦੇ ਪਾਪਾਂ ਦੇ ਫਲ ਕਰਕੇ ਨਰਕਾਂ ਵਿੱਚ ਚਲਿਆ ਜਾਂਦਾ ਹੈ, ਕਦੇ ਪੁੰਨਾਂ ਦੇ ਫਲ ਕਰਕੇ ਸਵਰਗਾਂ ਨੂੰ ਚਲਿਆ ਜਾਂਦਾ ਹੈ। ਇਉਂ ਘਣੋਂ ਬਹੁਤ ਭਰਮ ਤੋਂ ਭਰਮਦਾ ਰਹਿੰਦਾ। ਮੀਚ ਹੁੰਦਾ ਮੌਤ ਹਮੇਸ਼ਾ ਹੀ ਸੰਘਾਰੈ ਮਾਰਦੀ ਰਹਿੰਦੀ ਹੈ। ਹਰਖ ਸੋਗ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਏ। ਸਹਿਸਾ ਪ੍ਰਮਾਣ ਵਿਪਰਜੇ ਆਦਿਕ ਸੰਸੇ ਰੂਪ ਸੰਸਾਰ ਜਗਤ ਵਿੱਚ ਕਦੇ ਖੁਸ਼ੀ ਕਦੇ ਸੋਗ ਚਿੰਤਾ ਗਮ ਦੇ ਸਹਿਤ ਹਉਮੈ ਕਰਕੇ ਹਉ ਹਉ ਮੈਂ ਮੇਰੀ ਮੇਰੀ ਕਰਦੇ ਦੀ ਉਮਰ ਬੀਤ ਜਾਂਦੀ ਹੈ। ਜਿਨ ਕੀਏ ਤਿਸਹਿ ਨ ਜਾਣਨੀ ਚਿਤ ਵਹਿ ਅਨਕ ਉਪਾਏ। ਜਿਸ ਪ੍ਰਭੂ ਨੇ ਜੀਵ ਪੈਦਾ ਕੀਤੇ ਹਨ ਉਸ ਨੂੰ ਇਹ ਅਗਿਆਨੀ ਜੀਵ ਜਾਣਦੇ ਹੀ ਨਹੀਂ। ਅਨੇਕ ਤਰ੍ਹਾਂ ਦੇ ਛਲ ਕਰਨ ਦੇ ਉਪਾਏ ਯਤਨਾਂ ਨੂੰ ਚਿਤਵੈ ਸੋਚਦੇ ਹਨ। ਜਿਵੇਂ ਗੁਰੂ ਮਹਾਰਾਜ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੌਪਈ ਸਾਹਿਬ ਵਿੱਚ ਅਸੀਂ ਰੋਜ਼ ਹੀ ਪੜ੍ਹਦੇ ਅਤੇ ਸੁਣਦੇ ਹਨ। ਮਹਾਰਾਜ ਕਹਿੰਦੇ ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਮਹਾਰਾਜ ਕਹਿੰਦੇ ਮਹਾਦੇਵ ਸ਼ਿਵ ਜੀ ਭੋਲੇਨਾਥ ਨੂੰ ਤੇ ਲੋਕੀ ਕਹਿੰਦੇ ਬੜਾ ਵੱਡਾ ਦੇਵਤਾ ਹੈ, ਪਰ ਲੋਕਾਂ ਨੂੰ ਨਿਰੰਕਾਰ ਦਾ ਚੇਤਾ ਹੀ ਭੁੱਲ ਗਿਆ ਜਿਹਨੇ ਸ਼ਿਵ ਜੀ ਨੂੰ ਪੈਦਾ ਕੀਤਾ ਹੈ। ਇੱਥੇ ਵੀ ਮਹਾਰਾਜ ਉਹੀ ਵਿਚਾਰ ਰੱਖ ਰਹੇ ਆ ਕਿ ਇਹ ਲੋਕ ਜਿਨ ਕੀਏ ਤਿਸਹਿ ਨ ਜਾਣਨੀ, ਚਿਤਵਹਿ ਅਨਕ ਉਪਾਏ, ਹੋਰਾਂ ਹੋਰਾਂ ਉਪਾਵਾਂ ਵਿੱਚ ਲੱਗੇ ਰਹਿੰਦੇ ਆ। ਆਦ ਬਿਆਦ ਉਪਾਦ ਰਸ, ਕਬਹੁ ਨ ਟੂਟੈ ਤਾਪ। ਹੁੰਦਾ ਕਿ ਫਿਰ ਦੁਨੀਆ ਦੇ ਪਦਾਰਥਾਂ ਵਿੱਚ ਪ੍ਰੇਮ ਕਰਨ ਨਾਲ ਵਿਸ਼ੇ ਰਸ ਵਿੱਚ ਲੱਗੇ ਹੋਣ ਕਰਕੇ ਜੀਵਾਂ ਨੂੰ ਆਦ ਮਨ ਦੇ ਰੋਗ, ਬਿਆਦ ਸਰੀਰ ਦੇ ਰੋਗ ਅਤੇ ਉਪਾਦ ਬਾਹਰੀ ਦੁੱਖ, ਉਪੱਦਰ ਆਦ ਲੱਗ ਜਾਂਦੇ ਆ, ਜਿਸ ਕਰਕੇ ਤਿੰਨੇ ਤਾਪ ਕਦੇ ਵੀ ਟੁੱਟਦੇ ਭਾਵ ਨਿਵਰਤ ਨਹੀਂ ਹੁੰਦੇ। ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇਕਰ ਉਸ ਪਰਮੇਸ਼ਰ ਨੂੰ ਧਿਆਨ ਤੋਂ ਬਗੈਰ ਇੱਧਰ ਉੱਧਰ ਫਿਰਦੇ ਰਵਾਂਗੇ, ਇਹ ਤਿੰਨੇ ਤਾਪ ਆ ਕੇ ਲੱਗ ਜਾਂਦੇ ਹਨ। ਪਾਰ ਬ੍ਰਹਮ ਪੂਰਨ ਧਨੀ ਨਹਿ ਬੂਝੈ ਪ੍ਰਤਾਪ। ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਪੂਰਨ ਪਰਮੇਸ਼ਰ ਸਾਰੇ ਪਦਾਰਥਾਂ ਦਾ ਧਨੀ ਮਾਲਕ ਹੈ, ਉਸ ਦੇ ਪ੍ਰਤਾਪ ਤੇਜ ਨੂੰ ਜੀਵ ਬੂਝੈ ਸਮਝਦਾ ਨਹੀਂ ਹੈ। ਮੋਹ ਭਰਮ ਬੂਡਤ ਘਣੋ, ਮਹਾ ਨਰਕ ਮਹਿ ਵਾਸ। ਜੀਵ ਦਾ ਸਰੀਰ ਦੇ ਭਾਵ ਸੰਬੰਧੀਆਂ ਦੇ ਮੋਹ ਅਤੇ ਪਦਾਰਥਾਂ ਦੇ ਭਰਮ ਵਿੱਚ ਘਣੋਂ ਬਹੁਤਾ ਹੀ ਬੂਡਤ ਹੁੰਦਾ, ਡੁੱਬਣ ਕਰਕੇ ਮਹਾਂ ਵੱਡੇ ਕੁੰਭੀ ਆਦਿ ਨਰਕਾਂ ਵਿੱਚ ਵਾਸਾ ਹੁੰਦਾ। ਕਰ ਕਿਰਪਾ ਪ੍ਰਭ ਰਾਖ ਲੇਹੁ, ਨਾਨਕ ਤੇਰੀ ਆਸ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਵਾਹਿਗੁਰੂ, ਆਪ ਜੀ ਹੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਰੱਖ ਲੈਣਾ ਕਰੋ, ਸਾਨੂੰ ਤਾਂ ਇੱਕ ਤੁਹਾਡੀ ਹੀ ਆਸ ਉਮੀਦ ਹੈ, ਇਉਂ ਬੇਨਤੀਆਂ ਕਰੋ। ਸ਼ਲੋਕ। ਚਤੁਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ। ਚਤੁਰ ਬੁੱਧੀਮਾਨ ਵਾਕਾਂ ਦਾ ਸਿਆਣਾ, ਸੁਗੜ ਸ਼ੁਭ ਗੁਣਾਂ ਦੀਆਂ ਘਾੜਤਾਂ ਘੜਨ ਵਾਲਾ ਉਹੀ ਹੁੰਦਾ ਹੈ ਜਿਸ ਨੇ ਅਭਿਮਾਨ ਹੰਕਾਰ ਛੱਡਿਆ ਹੈ। ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਅਸ਼ਟ ਸਿੱਧ, 8 ਮੁੱਖ ਸਿੱਧੀਆਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਭਜਨ ਕਰਕੇ ਪ੍ਰਾਪਤ ਹੋ ਜਾਂਦੀਆਂ ਹਨ। ਚਾਰ ਪਦਾਰਥ 8 ਸਿੱਧੀਆਂ ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਸ਼ਰਵਣ ਮੰਨਣ ਨਿਧਿਆਸਨ ਤਤ ਤੁੰਗ ਦਾ ਸੰਸ਼ੋਧਨ ਆਦਿ ਚਾਰ ਬੈਕੁੰਠ ਦੀਆਂ ਮੁਕਤੀਆਂ ਜੀਵਨ ਮੁਕਤੀ ਵਿਦੇਹ ਮੁਕਤੀ ਕੈਵਲ ਮੁਕਤੀ ਪ੍ਰਾਪਤ ਹੋ ਜਾਂਦੀਆਂ ਹਨ। ਪੌੜੀ। ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਚਤੁਰਥ ਕਹੀਏ ਚੌਥੀ ਥਿਤ ਦੁਆਰਾ ਕਥਨ ਕਰਦੇ ਹਨ ਕਿ ਚਾਰੇ ਵੇਦ ਰਿਗ ਵੇਦ ਯਜੁਰ ਵੇਦ ਸਾਮ ਵੇਦ ਅਥਰਵਣ ਵੇਦ ਵੇਦਾਂ ਨੂੰ ਸੁਣ ਕਰਕੇ ਸਿਧਾਂਤ ਨੂੰ ਸੋਧਿਓ ਖੋਜ ਕੇ ਵਿਚਾਰਿਆ ਹੈ, ਨਿਰਣਾ ਕੀਤਾ ਹੈ। ਕੀ ਨਿਰਣਾ ਕੀਤਾ ਹੈ? ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਸਾਰੇ ਤਰ੍ਹਾਂ ਦੀ ਖੇਮ ਰੱਖਿਆ, ਕਲਿਆਣ ਮੁਕਤੀ ਕੈਵਲ ਮੋਖ 9 ਨਿਧੀਆਂ ਰਾਮ ਕਹੀਏ ਰਮੇ ਹੋਏ ਪਰਮੇਸ਼ਰ ਦੇ ਸਾਰ ਸ੍ਰੇਸ਼ਟ ਨਾਮ ਨੂੰ ਜਪਣ ਵਿੱਚ ਹੀ ਹਨ। ਨਰਕ ਨਿਵਾਰੈ ਦੁਖ ਹਰੈ ਟੂਟੈ ਅਨਕ ਕਲੇਸ਼। ਪਰਮੇਸ਼ਰ ਦੇ ਨਾਮ ਵਿੱਚ ਐਸੀ ਸਮਰੱਥਾ ਹੈ, ਨਰਕਾਂ ਨੂੰ ਵੀ ਨਿਵਰਤ ਭਾਵ ਨਰਕਾਂ ਤੋਂ ਬਚਾ ਲੈਂਦਾ ਹੈ ਤੇ ਜੰਮਣ ਮਰਨ ਦੇ ਦੁੱਖ ਹਰੈ ਨਾਸ ਕਰ ਦਿੰਦਾ ਹੈ ਅਤੇ ਨਾਮ ਕਰਕੇ ਹੀ ਅਨੇਕਾਂ ਜਨਮਾਂ ਦੇ ਅਵਿਦਿਆ ਰਾਗ ਦਵੈਸ਼ ਆਦਿ ਕਲੇਸ਼ ਟੂਟੈ ਕਹੀਏ ਟੁੱਟ ਜਾਂਦੇ ਹਨ। ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ। ਹਰੀ ਵਾਹਿਗੁਰੂ ਦੇ ਕੀਰਤਨ ਜਸ ਵਿੱਚ ਚਿੱਤ ਨੂੰ ਪ੍ਰਵੇਸ਼ ਦਖਲ ਕਰਨੇ ਕਰਕੇ ਮੀਚ ਹੁੰਦਾ ਮੌਤ, ਹੁਟੈ ਹੁੰਦਾ ਹਟ ਜਾਂਦੀ ਹੈ ਤੇ ਜਮਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ।
ਜੰਮਣ ਮਰਨ ਦਾ ਡਰ ਵੀ ਵਿਸ਼ੇਸ਼ ਕਰਕੇ ਨਾਸ ਹੋ ਜਾਂਦਾ ਹੈ ਤੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਵਿੱਚ ਚਿੱਤ ਰਸ ਜਾਂਦਾ ਹੈ ਅਤੇ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਤੇ ਤਦਾਕਾਰ ਹੋ ਜਾਈਦਾ। ਦੁਖ ਦਾਰਿਦ ਅਪਵਿੱਤਰਤਾ ਨਾਸਹਿ ਨਾਮ ਆਧਾਰ। ਜੰਮਣ ਮਰਨ ਦਾ ਦੁੱਖ, ਦਾਰਿਦ ਦਲਿੱਦਰਤਾ, ਮਨ ਵਿਸ਼ਿਆਂ ਕਰਕੇ ਅਪਵਿੱਤਰਤਾ, ਪਵਿੱਤਰਤਾ ਤੋਂ ਰਹਿਤ ਰਹਿਣਾ, ਭਾਵ ਗੰਦੇ ਪਾਪੀ ਬਣੇ ਰਹਿਣਾ, ਵਿਕਾਰ ਚੱਲਦੇ ਰਹਿਣਾ, ਭਾਵ ਇਹ ਸਭ ਕੁਝ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਲੈਣ ਕਰਕੇ ਨਾਸ ਹੋ ਜਾਂਦੇ। ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ। ਸੁਰ ਦੇਵਤੇ, ਨਰ ਮਨੁੱਖ, ਮੁਨ ਜਨ ਮੰਨਣਸ਼ੀਲ ਭਗਤ, ਸੁੱਖਾਂ ਦੇ ਸਾਗਰ ਸਮੁੰਦਰ, ਗੋਪਾਲ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਨੂੰ ਖੋਜਤੇ ਕਹੀਏ ਭਾਲਦੇ ਫਿਰਦੇ ਆ। ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧ ਰਵਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਨ ਹਿਰਦਾ ਨਿਰਮਲ ਉਜਲਾ ਤੇ ਮੁਖੜਾ ਲੋਕ ਪ੍ਰਲੋਕ ਵਿੱਚ ਉਜਲਾ ਪਵਿੱਤਰ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ ਸਾਧੂਆਂ ਦੀ ਰਵਾਲ ਚਰਨ ਧੂੜੀ ਲੈਣ ਨਾਲ ਹੁੰਦਾ ਹੈ। ਸਲੋਕ ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਰੰਗ। ਜੀਵਾਂ ਦੇ ਮਨ ਹਿਰਦੇ ਮਹਿ ਵਿੱਚ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਸੇ ਹੋਏ ਹਨ ਅਤੇ ਮਾਇਆ ਦੇ ਰੰਗ ਨਾਲ ਰਾਚੇ ਰੰਗੇ ਰਹਿੰਦੇ ਆ। ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ। ਗੁਰੂ ਜੀ ਕਥਨ ਕਰਦੇ ਹਨ ਕਿ ਸਾਧੂਆਂ ਦੀ ਸੰਗਤ ਕਰਕੇ ਜੀਵਾਂ ਦਾ ਮਨ ਵਿਕਾਰਾਂ ਤੋਂ ਉਜਲਾ ਹੋ ਕੇ ਪ੍ਰਭ ਕੀਏ ਹਰੀ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਰਤਿਆ ਜਾਂਦਾ। ਪੌੜੀ ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ। ਪੰਜਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਉਹ ਪੰਜ ਸ੍ਰੇਸ਼ਟ ਮਹਾਤਮਾ ਹਨ ਤੇ ਪੰਜੇ ਸਤ ਸੰਤੋਖ, ਦਇਆ, ਧਰਮ, ਧੀਰਜ ਦੇ ਕਾਰਨ ਪ੍ਰਧਾਨ ਮੁਖੀ ਹਨ, ਜਿਨ੍ਹਾਂ ਨੇ ਪ੍ਰਪੰਚ ਸੰਸਾਰ ਨੂੰ ਇਸ ਪ੍ਰਕਾਰ ਜਾਣਿਆ ਹੈ। ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਬੰਚ। ਜਿਵੇਂ ਬਹੁਤ ਸਾਰੇ ਕੁਸਮ ਫੁੱਲਾਂ ਦੀ ਬਾਸ ਸੁਗੰਧੀ ਅਤੇ ਘਣੋਂ ਬਹੁਤ ਸਾਰੇ ਰੰਗ ਵੇਖੀਦੇ ਹਨ, ਪਰ ਉਹ ਥੋੜ੍ਹੇ ਦਿਨ ਹੀ ਰਹਿੰਦੇ ਆ, ਤਿਵੇਂ ਹੀ ਸਾਰਾ ਸੰਸਾਰ ਬਲਬੰਚ, ਠੱਗੀ ਰੂਪ ਤੇ ਮਿਥਿਆ ਨਾਸ਼ਵਾਨ ਹੈ। ਬਹੁਤੇ ਪਦਾਰਥਾਂ ਦਾ ਜੋ ਘਣੋਂ ਬਹੁਤਾ ਰੰਗ ਪ੍ਰੇਮ ਹੈ, ਇਹ ਕੁਸਮ ਬਾਸ ਫੁੱਲਾਂ ਦੀ ਵਾਸ਼ਨਾ ਵਾਂਗੂ ਝੂਠਾ ਹੈ। ਇਹ ਵੀ ਸਾਰਾ ਬਲਬੰਚ ਜੋ ਤਾਕਤ ਦੇ ਸਹਿਤ ਕਿਸੇ ਨਾਲ ਫਰੇਬ ਠੱਗੀ ਕਰਨਾ ਹੈ, ਇਹ ਸਭ ਮਿਥਿਆ ਝੂਠਾ ਹੈ। ਨਹਿ ਜਾਪੈ ਨਹਿ ਬੂਝੀਐ ਨਹਿ ਕਛ ਕਰਤ ਵਿਚਾਰ। ਜੀਵ ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ ਤੇ ਨਹਿ ਕਹੀਏ ਨਾ ਹੀ ਇਸ ਗੱਲ ਨੂੰ ਬੂਝੀਐ ਸਮਝਦਾ ਹੈ, ਤੇ ਨਹਿ ਕਹੀਏ ਨਾ ਹੀ ਸ਼ਾਸਤਰਾਂ ਨੂੰ ਪੜ੍ਹ ਕੇ ਕੋਈ ਕਛ ਕੁਝ ਵਿਚਾਰ ਕਰਦਾ ਹੈ। ਪਰਮੇਸ਼ਰ ਦੀ ਵਿਚਾਰ ਤੋਂ ਹੀਣਾ ਹੀ ਤੁਰਿਆ ਫਿਰਦਾ। ਸਵਾਦ ਮੋਹ ਰਸ ਬੇਦਿਓ ਅਗਿਆਨ ਰਚਿਓ ਸੰਸਾਰ। ਜੀਵ ਦੁਨੀਆ ਦੇ ਸਵਾਦਾਂ ਵਿੱਚ, ਵਿਸ਼ਿਆਂ ਦੇ ਰਸ ਵਿੱਚ, ਮੋਹ ਵਿੱਚ ਹਰ ਵਕਤ ਬੇਦਿਓ ਕਹੀਏ ਵਿੰਨਿਆ ਹੋਇਆ ਹੈ ਅਤੇ ਅਗਿਆਨ ਗਿਆਨ ਤੋਂ ਰਹਿਤ ਹੋਣੇ ਕਰਕੇ ਸੰਸਾਰ ਜਗਤ ਦੇ ਵਿੱਚ ਤਦਾਕਾਰ ਹੋ ਰਿਹਾ। ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ। ਅਨੇਕਾਂ ਕੁਸੰਗਤ ਦੇ ਸਹਿਤ ਕੀਤੇ ਕਰਮਾਂ ਕਰਕੇ ਬਹੁਤੀਆਂ ਜੂਨਾਂ ਵਿੱਚ ਤੇ ਜੰਮਣ ਮਰਨ ਵਿੱਚ ਹੀ ਭਰਮਣਾ ਕਰਦਾ ਹੈ। ਰਚਨਹਾਰ ਨਹਿ ਸਿਮਰਿਓ ਮਨ ਨ ਵਿਚਾਰ ਵਿਵੇਕ। ਜੀਵ ਨੇ ਕਰਮਾਂ ਵਿੱਚ ਲੱਗ ਕੇ ਸ੍ਰਿਸ਼ਟੀ ਦੇ ਰਚਨਹਾਰ ਰਚਣ ਵਾਲੇ ਪਰਮੇਸ਼ਰ ਨੂੰ ਸਿਮਰਿਓ ਯਾਦ ਨਹੀਂ ਕੀਤਾ ਅਤੇ ਮਨ ਹਿਰਦੇ ਵਿੱਚ ਵਿਵੇਕ ਗਿਆਨ ਦੀ ਵਿਚਾਰ ਉੱਕਾ ਹੀ ਨਹੀਂ ਕੀਤੀ। ਮਨ ਵਿੱਚ ਵਿਵੇਕ ਇਹ ਬਿਬ ਇੱਕ, ਬਿਬ ਦੋ ਤੇ ਏਕ ਇੱਕ, ਦੋ ਤੋਂ ਇੱਕ ਹੋਣ ਦਾ ਵਿਚਾਰ ਨਹੀਂ ਕੀਤਾ। ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ। ਜੋ ਭਾਉ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਭਾਵ ਭਗਤੀ,
ਪ੍ਰੇਮਾ ਭਗਤੀ ਤੇ ਭਗਵਾਨ ਪਰਮੇਸ਼ਰ ਦੇ ਸੰਗ ਨਾਲ ਪ੍ਰੇਮ ਕਰਦਾ ਹੈ, ਉਸ ਨੂੰ ਰੰਚ ਰੰਚਕ ਮਾਤਰ ਵੀ ਮਾਇਆ ਲਿਪਤ ਲੁਪਾਏਮਾ ਨਹੀਂ ਕਰਦੀ। ਨਾਨਕ ਬਿਰਲੇ ਪਾਈਐ ਜੋ ਨ ਰਚੈ ਪਰਪੰਚ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੇ ਗੁਰਮੁਖ ਬਿਰਲੇ ਥੋੜੇ ਹੀ ਪਾਈਦੇ ਹਨ ਜੋ ਪ੍ਰਪੰਚ ਛਲ ਰੂਪ ਪ੍ਰਪੰਚ ਸੰਸਾਰ ਵਿੱਚ ਤਦਾਕਰ ਨਹੀਂ ਹੁੰਦੇ, ਭਾਵ ਲਿਪਾਏਮਾਨ ਨਹੀਂ ਹੁੰਦੇ। ਸਲੋਕ ਖਟ ਸ਼ਾਸਤਰ ਊਚੋ ਕਹਿ ਹੈ ਅੰਤ ਨ ਪਾਰਾਵਾਰ। ਖਟ ਛੇ ਸ਼ਾਸਤਰ ਸਾਂਖ ਨਿਆਏ ਵਿਸ਼ੇਸ਼ਕ ਪਤੰਜਲ ਮੀਮਾਂਸਾ ਵੇਦਾਂਤ ਸਭ ਵਾਹਿਗੁਰੂ ਪਰਮੇਸ਼ਰ ਨੂੰ ਹੀ ਊਚੋ ਕਹੀਏ ਸ੍ਰੇਸ਼ਟ ਕਹਿੰਦੇ ਹਨ, ਭਾਵ ਤ੍ਰਿਗੁਣ ਅਤੀਤ ਦੱਸਦੇ ਹਨ ਅਤੇ ਉਸਦੇ ਪਾਰਾਵਾਰ ਪਾਰ ਉਰਵਾਰ ਦਾ ਅੰਤ ਨਹੀਂ ਪਾ ਸਕਦੇ। ਭਗਤ ਸੋਹ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭ ਹਰੀ ਵਾਹਿਗੁਰੂ ਦੇ ਸਾਧ ਸੰਗਤ ਰੂਪੀ ਦੁਆਰ ਦਰਵਾਜ਼ੇ ਵਿੱਚ ਸਥਿਤ ਹੋ ਕੇ ਭਗਤ ਜਨ ਗੁਣਾਂ ਨੂੰ ਗਾਵਤੇ ਗਾਉਂਦੇ ਸ਼ੋਭਦੇ ਹਨ। ਪੌੜੀ ਖਸਟਮ ਖਟ ਸ਼ਾਸਤਰ ਕਹਿ ਹੈ ਸਿਮਰਤ ਕਥ ਹੈ ਅਨੇਕ। ਖਸਟਮ ਹੁੰਦਾ ਛੇਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਖਟ ਸ਼ਾਸਤਰ ਪਰਮੇਸ਼ਰ ਨੂੰ ਭਾਵ ਛੇ ਸ਼ਾਸਤਰ ਕਹਿ ਰਹੇ ਹਨ ਅਤੇ 27 ਸਿਮਰਤੀਆਂ ਵੀ ਅਨੇਕਾਂ ਪ੍ਰਕਾਰ ਕਰਕੇ ਪਰਮੇਸ਼ਰ ਦਾ ਹੀ ਕਥਨ ਕਰਦੀਆਂ ਹਨ। ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ। ਊਤਮ ਸ੍ਰੇਸ਼ਟ ਅਵਤਾਰਾਂ ਪੀਰਾਂ ਪੈਗੰਬਰਾਂ ਆਦਿ ਸਭਨਾਂ ਤੋਂ ਊਚੋ। ਇੱਥੇ ਊਚੋ ਥੋੜ੍ਹਾ ਜਿਹਾ ਅਸੀਂ ਮੂੰਹ ਖੋਲ੍ਹ ਕੇ ਪੜ੍ਹਨਾ ਹੈ, ਸੋ ਊਚੋ ਨਹੀਂ ਪੜ੍ਹਨਾ ਕਿਉਂਕਿ ਚੱਚੇ ਨੂੰ ਹੋੜਾ ਨਹੀਂ ਹੈ, ਕਨੌੜਾ ਹੈ ਅਤੇ ਕਨੌੜੇ ਨੂੰ ਅਸੀਂ ਬੋਲਣਾ ਹੈ ਊਚੋ। ਚੌ ਜਿਵੇਂ ਆਪਾਂ ਬੋਲੀ ਦਾ ਚੌ ਊਚੋ। ਸੋ ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨ ਜਾਣਹਿ ਸੇਖ। ਨੰਨਾ ਮੁਕਤਾ ਹੈ ਨ ਜਾਣਹਿ ਸੇਖ। ਪਾਤਸ਼ਾਹ ਫਰਮਾਉਂਦੇ ਹਨ ਊਤਮ ਸ੍ਰੇਸ਼ਟ ਅਵਤਾਰਾਂ ਪੀਰ ਪੈਗੰਬਰਾਂ ਆਦਿ ਸਭਨਾਂ ਤੋਂ ਊਚੋ ਕਹੀਏ ਸ੍ਰੇਸ਼ਟ ਪਰਮੇਸ਼ਰ ਹੈ। ਉਸ ਵਾਹਿਗੁਰੂ ਦੇ ਗੁਣਾਂ ਦਾ ਸੇਖ ਸ਼ੇਸ਼ ਨਾਗ ਵੀ ਅੰਤ ਨਹੀਂ ਜਾਣ ਸਕਦਾ, ਭਾਵ ਹਜ਼ਾਰਾਂ ਨਾਮ ਉਚਾਰਦਾ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ। ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ। ਨਾਰਦ ਮੁਨ ਕਹੀਏ ਨਾਰਦ ਮੁਨੀ ਜੀ, ਜਨ ਪੁਰਖ ਅਤੇ ਸੁਖ ਸੁਖਦੇਵ ਬਿਆਸ ਆਦਿ ਸਭ ਗੋਬਿੰਦ ਗੋਵੇਦਾਂ ਦੇ ਬਿੰਦ ਜਾਣਨੇ ਯੋਗ ਹਰੀ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾਵਤ ਗਾਉਂਦੇ ਹਨ। ਰਸ ਗੀਧੇ ਹਰਸਿਓ ਬੀਧੇ ਭਗਤ ਰਚੇ ਭਗਵੰਤ। ਜਿਨ੍ਹਾਂ ਦੇ ਹਰ ਪਰਮੇਸ਼ਰ ਦੇ ਨਾਲ ਚਿੱਤ ਬੀਧੇ ਵਿੰਨੇ ਅਤੇ ਪ੍ਰੇਮ ਰਸ ਵਿੱਚ ਗੀਧੇ ਭਿੱਜ ਗਏ ਹਨ, ਗਿੱਝ ਗਏ ਹਨ, ਭਾਵ ਭਿੱਜ ਗਏ ਵੀ ਅਤੇ ਗਿੱਝ ਗਏ ਵੀ ਅਸੀਂ ਪੜ੍ਹ ਸਕਦੇ ਹਾਂ ਭਾਵ ਅਰਥਾਂ ਵਿੱਚ। ਉਹ ਭਗਤ ਜਨਾਂ ਭਗਵੰਤ ਪਰਮੇਸ਼ਰ ਦੀ ਭਗਤੀ ਵਿੱਚ ਰਚੇ ਰਚ ਕੇ ਮੁਕਤ ਹੋਏ ਹਨ। ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਇਆਲ। ਜਦੋਂ ਦਇਆਲ ਦਇਆ ਦੇ ਘਰ ਅਕਾਲ ਪੁਰਖ ਦੀ ਸ਼ਰਨ ਓਟ ਪਾਉਣਾ ਕੀਤੀ ਤਾਂ ਮੋਹ ਮਾਨ ਤੇ 5 ਪ੍ਰਕਾਰ ਦਾ ਭਰਮ ਨਾਸ ਹੋ ਗਿਆ। ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ। ਜਿਨ੍ਹਾਂ ਦੇ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਚਰਨਾਂ ਕਮਲਾਂ ਦਾ ਧਿਆਨ ਬਸਿਆ ਹੈ, ਉਹ ਵਾਹਿਗੁਰੂ ਦੇ ਦਰਸ਼ਨ ਦੀਦਾਰ ਦੇਖ ਕੇ ਨਿਹਾਲ ਪ੍ਰਸੰਨ ਹੋ ਗਏ ਹਨ। ਲਾਭ ਮਿਲੈ ਟੋਟਾ ਹਿਰੈ ਸਾਧ ਸੰਗ ਲਿਵ ਲਾਏ। ਸਾਧ ਸੰਗ ਸਾਧੂਆਂ ਦੀ ਸੰਗਤ ਵਿੱਚ ਚਿੱਤ ਦੀ ਲਿਵ ਬਿਰਤੀ ਲਾਉਣ ਕਰਕੇ ਪਰਮੇਸ਼ਰ ਦੀ ਬੰਦਗੀ ਕਰਨ ਦਾ ਲਾਭ ਨਫਾ ਮਿਲਦਾ ਅਤੇ ਜੰਮਣ ਮਰਨ ਦਾ ਟੋਟਾ ਘਾਟਾ ਹਿਰੈ ਨਾਸ਼ ਹੋ ਜਾਂਦਾ, ਭਾਵ ਘਾਟਾ ਕਦੇ ਨਹੀਂ ਪੈਂਦਾ। ਸਵਾਸਾਂ ਦੀ ਨਿਸਫਲਤਾ ਰੂਪ ਟੋਟਾ ਘਾਟਾ ਦੂਰ ਹੋ ਜਾਂਦਾ। ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਨੂੰ ਧਿਆ ਕੇ ਸ਼ੁਭ ਗੁਣਾਂ ਦੀ ਨਿਧੀ ਤੇ ਹਰੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਖਜ਼ਾਨੇ ਨੂੰ ਖਾਟ ਖੱਟ ਲਈਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।